ਜਿਹੜਾ ਬੰਦਾ ਆਪਣੀ ਮਾਂ ਬੋਲੀ ਨਹੀਂ ਬੋਲ ਸਕਦਾ ਹਕੀਕਤ ਚੋਂ ਗਰੀਬ ਹੈ। ਸਾਡਾ ਵਿਰਸਾ ਬੜਾ ਅਮੀਰ ਹੈ ਤੇ ਮੈਂ ਕਹਿਣਾ ਚਾਹੁੰਦਾ ਪੰਜਾਬੀਆਂ ਨੂੰ ਖਾਸ ਕਰਕੇ ਕਿ ਆਪਣੀ ਮਾਂ ਬੋਲੀ ਨੂੰ ਸਤਿਕਾਰ। ਸਰਕਾਰ ਨੇ ਤਾਂ ਕਾਨੂੰਨ ਬਣਾਤਾ ਵੀ ਪੰਜਾਬੀ ਬੋਲੋ, ਪੰਜਾਬੀ ਲਿਖੋ। ਜੇ ਅਸੀਂ ਆਪ ਹੀ ਰਾਜ਼ੀ ਨਹੀਂ ਹੋਵਾਂਗੇ ਤਾਂ ਕੌਣ ਸਾਨੂੰ ਪੰਜਾਬੀ ਬੁਲਵਾ ਸਕਦਾ, ਕੌਣ ਸਾਡੇ ਤੋਂ ਪੰਜਾਬੀ ਲਿਖਵਾ ਸਕਦਾ। ਕਿਤੇ ਨਸ਼ੇ ਦਾ ਵੀ ਅਗਰ ਤੁਸੀਂ ਗੱਲ ਕਰ ਲਓ, अगर तो जिस मुहल्ले दे विच किसी का रिश्तेदार नशा बेचता है, अपनी गोत वाला, अपनी बरादरी वाला, धर्म वाला, फिर वो नशेड़ी नहीं है। तो तुहानूं ऐ लगदा भी अगर सानूं अंग्रेज़ी नहीं आएगी तो पता नहीं सानूं की नहीं आएगा। तो जिहड़े बंदे नूं अपनी माँ की बोली बोलदे होए शर्म आती है तो मैं समझदा कि इखलाकी तौर पर हजे उस तो नीवा बंदा कोई होर दूसरा नहीं हो सकता। बहुत सारे लोग जिहड़े ना वो समझते भी अंग्रेज़ साडे तो उत्ते ने। साडे पुरखिਆਂ ने तो अंग्रेज़ां नूं कड्ढण दे लई मेरे दादा परदादा किन्नियां साल जेलां कट्टियां, अंग्रेज़ां दे खिलाफ लड़ाइयां लड़ियां, शहीद होए। जब आप पुराने समय की गल करिए तो पंजाबी दे विच ज़्यादा वार्तालाप की जाती सी, उर्दू नूं अहमियत दी जाती सी, पर अज ये दोनों जिहड़ियां दोनों भाषावां ने इन्हां नूं खत्म कर दिता गया। बहुत मुश्किल जिहड़ी माँ की बोली हुंदी है वही इंसान की विरासत होंगी है, वो साडी मिट्टी नाल जुड़ी हुई होंगी है। अज जब असीं किते अमरीका च कनेडा च बाहरले देशों च आपस में मिलते हैं, कोई पुछदा तू जलंधर दा, तू बठिंडे दा, तू लुधियाने दा, तो किहड़ी गल है जिहड़ी साडे च प्यार पैदा करदी, किहड़ी गल है साडे जबकि साडे धर्म भी अलग ने, साडी गोतां अलग ने। कित्थों पंजाबी दे उस महान कवि ने इस मिठी बोली नूं जिहड़ा रचिया बसिया और फिर सिख पंथ ने जिहड़ा इस बोली नूं एडा सत्कार दिता कि पूरी दुनिया च पहुँचा दित्ती। पंजाबी हुंदे होए सोचिए कि नहीं असीं कोई होर जुबान बोलनी है, तो मैं समझदा मदभागा है। और सारिਆਂ ਨੂੰ कहना भी ये चाहुंदा कि साडा वजूद उदों तक है, साडी अणख उदों तक है, साडी टौर उदों तक है जद तक माँ की बोली साडे कोल है। ਵੱਖ-ਵੱਖ ਦੇਸ਼ਾਂ ਤੋਂ ਵੱਖ-ਵੱਖ ਸਿਟੀਜ਼ ਤੋਂ ਲੋਕ ਪੜ੍ਹਨ ਆਉਂਦੇ ਨੇ, ਪਰ ਉਹਨਾਂ ਨੂੰ ਕਦੀ ਇਹ ਪ੍ਰੈਫਰੈਂਸ ਨਹੀਂ ਦਿੱਤੀ ਗਈ ਕਿ ਤੁਸੀਂ ਪੰਜਾਬੀ ਸਿੱਖਣੀ ਹੈ। ਹਮੇਸ਼ਾ ਉਹਨਾਂ ਨੂੰ ਉਹਨਾਂ ਦੀ ਲੈਂਗੁਏਜ ਦੇ ਵਿੱਚ ਹੀ ਪੜ੍ਹਾਇਆ ਜਾਂਦਾ ਹੈ, ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਂਦੀ ਹੈ, ਉਹਨਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਕਿ ਇੱਥੇ ਕਿਤੇ ਨਾ ਕਿਤੇ ਕਾਨੂੰਨ ਦੇ ਜਿਹੜੇ ਇਦਾਰੇ ਨੇ ਜਾਂ ਕਾਨੂੰਨ ਬਣਾਉਣ ਵਾਲੀਆਂ ਜਿਹੜੀਆਂ ਸੰਸਥਾਵਾਂ ਨੇ ਉਹ ਨਾਕਾਮ ਸਾਬਿਤ ਹੋਏ। ਤੇ ਮੈਂ ਜਦੋਂ ਸਾਊਦੀ ਅਰਬ ਗਿਆ, ਮੈਂ ਉੱਥੇ ਜਿਹੜੇ ਕਈ ਸਕਾਲਰ ਸੀ ਉਹਨਾਂ ਨੂੰ ਮਿਲਿਆ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਤੁਸੀਂ ਸਾਰਾ ਹੀ ਅਰਬੀ 'ਚ ਲਿਖ ਦਿੰਦੇ ਹੋ, ਕੁਛ ਤਾਂ ਅੰਗਰੇਜ਼ੀ ਪਾ ਦਿਆ ਕਰੋ। ਕਹਿੰਦੇ ਯਾਰ ਜਿਹਨੇ ਇੱਥੇ ਆਉਣਾ ਉਹਨੂੰ ਘੱਟੋ ਘੱਟ ਥੋੜ੍ਹੀ ਬਹੁਤ ਅਰਬੀ ਤਾਂ ਆਉਣੀ ਚਾਹੀਦੀ ਹੈ ਨਾ। ਤੁਸੀਂ ਇੱਥੋਂ ਸਾਊਦੀ ਅਰਬ ਚਲੇ ਗਏ, ਤੁਸੀਂ ਕਿਹਾ ਜੀ ਮੈਂ 100 ਕਰੋੜ ਰੁਪਏ ਲਾ ਕੇ ਕੰਪਨੀ ਖੋਲ੍ਹਣੀ। ਉਹਨਾਂ ਨੇ ਕਿਹਾ ਕੰਪਨੀ ਤੇਰੀ ਹੋਊਗੀ, ਮੁਲਾਜ਼ਮ ਸਾਡੇ ਹੋਣਗੇ, ਲੇਕਿਨ ਮੈਨੇਜਿੰਗ ਡਾਇਰੈਕਟਰ ਵੀ ਅਰਬੀ ਹੋਏਗਾ। ਤੁਸੀਂ ਕਿਹਾ ਜੀ ਨਹੀਂ ਨਹੀਂ ਪੈਸਾ ਤਾਂ ਮੇਰਾ। ਉਹ ਕਹਿੰਦੇ ਠੀਕ ਹੈ ਤੂੰ ਵੀ ਬਹਿ ਜੀ ਨਾਲ, ਲੇਕਿਨ ਮੇਨ ਕੁਰਸੀ ਤੇ ਸਾਡਾ ਬੰਦਾ ਹੋਣਾ ਚਾਹੀਦਾ। ਇਹ ਆਈ ਬਾਹਰੋਂ, ਹੁਣ ਵੀ ਅਸੀਂ ਬਾਹਰਲੇ ਦੇਸ਼ਾਂ ਨੂੰ ਕਹਿ ਰਹੇ ਵੀ ਸਾਡੇ ਇੰਡਸਟਰੀ ਲਿਆਓ। ਕੋਈ ਐਕਟ ਤਾਂ ਐਸਾ ਹੋਵੇ ਘੱਟੋ ਘੱਟ ਕੇ ਵੀ ਇਹਨਾਂ ਦੀ ਜਿਹੜੀ ਮੇਨ ਕੁਰਸੀ ਹੈ, ਜਿਹੜੀ CEO ਦੀ ਕੁਰਸੀ ਹੈ, ਵੀ ਉੱਤੇ ਇੱਕ ਪੰਜਾਬੀ ਬੈਠੂਗਾ, ਤਾਈਓ ਉਹ ਪੰਜਾਬੀ ਮਜ਼ਦੂਰਾਂ ਦੀ, ਪੰਜਾਬੀ ਕਾਮਿਆਂ ਦੀ ਜ਼ਰੂਰਤ ਨੂੰ ਸਮਝ ਸਕੇਗਾ। ਸਾਡੇ ਨਾਲ ਅੱਜ ਸ਼ਾਹੀ ਇਮਾਮ ਸਾਹਿਬ ਮੌਜੂਦ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਅਗਲੀ ਗੱਲਬਾਤ ਵੀ ਉਹਨਾਂ ਦੇ ਨਾਲ ਜ਼ਰੂਰ ਕਰਾਂਗੇ। ਸ਼ਾਹੀ ਇਮਾਮ ਜੀ ਬਹੁਤ ਬਹੁਤ ਸਵਾਗਤ ਹੈ। ਬਹੁਤ ਧੰਨਵਾਦ ਜੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬੀ ਬੋਲੀ ਦੀ, ਮਾਂ ਬੋਲੀ ਦੀ ਗੱਲ ਕਰਦੇ ਹਾਂ ਕਿ ਅੱਜ ਕੱਲ੍ਹ ਦੇ ਜਿਹੜੇ ਸਮੇਂ ਦੇ ਵਿੱਚ ਕੀ ਹੈ, ਸਕੂਲਾਂ ਦੇ ਵਿੱਚ ਵੀ ਪੰਜਾਬੀ ਮਾਂ ਬੋਲੀ ਨੂੰ ਖਤਮ ਕਰ ਦਿੱਤਾ ਗਿਆ। ਅੰਗਰੇਜ਼ੀ ਦੀ ਜ਼ਿਆਦਾ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ, ਘਰਾਂ ਦੇ ਵਿੱਚ ਵੀ ਅੰਗਰੇਜ਼ੀ ਜ਼ਿਆਦਾ ਬੋਲਣੀ ਸ਼ੁਰੂ ਕਰ ਦਿੱਤੀ ਹੈ। ਲੇਕਿਨ ਜੇ ਆਪਾਂ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਪੰਜਾਬੀ ਦੇ ਵਿੱਚ ਜ਼ਿਆਦਾ ਵਾਰਤਾਲਾਪ ਕੀਤੀ ਜਾਂਦੀ ਸੀ, ਉਰਦੂ ਨੂੰ ਅਹਿਮੀਅਤ ਦਿੱਤੀ ਜਾਂਦੀ ਸੀ, ਪਰ ਅੱਜ ਇਹ ਜਿਹੜੀਆਂ ਦੋਨੋਂ ਭਾਸ਼ਾਵਾਂ ਨੇ ਇਹਨਾਂ ਨੂੰ ਖਤਮ ਕਰ ਦਿੱਤਾ ਗਿਆ। ਬਹੁਤ ਮਸ਼ਹੂਰ ਇੱਕ ਕਹਾਵਤ ਹੈ ਕਿ किसी का बच्चा बाहरले देश चला गया सदियां पहला, तो वह कई साल कोई पता नहीं लग्या। तो एक कोई राहगीर गुजर रहा सी, उन्होंने मिलिया, तो जब वापस पिंड आया तो उन्हें उसकी माँ को दस्या कि तेरा मुंडा हैगा है तो फलां अंग्रेज़ी देश च रहिंदा है, तो लेकिन मैं उन्होंने मिलिया तो अपने पिंडा वांगू ही गल करदा। माँ बहुत खुश हुई। इस गल के कई साल बाद दोबारा उसकी कोई खैर खबर नहीं आई। जब दोबारा खैर खबर आई तो उसी बंदे ने, व्यापारी ने दस्या, कहता ऐतकी मैं मिलिया तो वह तो फ्रेंच बोलता है, वो बच्चे भी फ्रेंच है, तो वो बोली भी फ्रेंच हो गई। तो वो माँ ने घर च रोन पाया, बेन की, कहती मेरा पुत जिहड़ा है हजे मरिया नहीं, लेकिन हकीकत च मर गया क्योंकि उन्हें अपनी माँ बोली जिहड़ी है उन्होंने छड़ दिता। तो मैं तुहानूं सारिਆਂ ਨੂੰ ਇਹ कहना चाहुंदा कि जिहड़ी माँ की बोली हुंदी है वही इंसान की विरासत होंगी है, वो साडी मिट्टी नाल जुड़ी हुई होंगी है। असी अलग अलग धर्मां दे, जातां दे, रंगां दे लोग होने के बावजूद सानू सारिਆਂ ਨੂੰ आपस च किहड़ी गल है जिहड़ी जोड़दी है। साडे अगर असी 7 समुंदर पार भी जाने, जो एक दूसरे नाल मिलते हैं, भावें लਹਿੰਦੇ पंजाब के लोग होण, चढ़ते पंजाब के होण, भावें इसी पंजाब के, अज जद असी किते अमरीका च कनेडा च बाहरले देशों च आपस च मिलते हैं, कोई पुछदा तू जलंधर दा, तू बठिंडे दा, तू लुधियाने दा, तो किहड़ी गल है जिहड़ी साडे च प्यार पैदा करदी, किहड़ी गल है साडे च जबकि साडे धर्म भी अलग
ਅਲੱਗ ਨੇ, ਸਾਡੀ ਗੋਤਾਂ ਅਲੱਗ ਨੇ ਤੇ ਉਹ ਸਿਰਫ ਸਾਡੀ ਮਾਂ ਬੋਲੀ ਹੈ। ਤੇ ਮੈਂ ਕਹਿਣਾ ਚਾਹੁੰਦਾ ਪੰਜਾਬੀਆਂ ਨੂੰ ਖਾਸ ਕਰਕੇ ਕਿ ਆਪਣੀ ਮਾਂ ਬੋਲੀ ਨੂੰ ਸਤਿਕਾਰ ਦਿਓ। ਆਪਣੇ ਦੇਸ਼ ਦੇ ਵਿੱਚ, ਆਪਣੇ ਸੂਬੇ ਦੇ ਵਿੱਚ, ਆਪਣੇ ਸਕੂਲਾਂ ਦੇ ਵਿੱਚ ਕਿਸੇ ਨੂੰ ਇਹ ਕਹਿ ਦੇਣਾ ਕਿ ਤੂੰ ਪੰਜਾਬੀ ਬੋਲੇਂਗਾ ਤੇਰੇ ਤੇ ਜੁਰਮਾਨਾ ਲਾਇਆ ਜਾਏਗਾ, ਕਿ ਤੁਹਾਡੇ ਤੇ ਦੂਜੀ ਅੰਗਰੇਜ਼ੀ ਬੋਲਣੀ ਜਿਹੜੀ ਹੈ ਲਾਜ਼ਮੀ ਹੈ, ਜਾਂ ਅਸੀਂ ਆਪਣੇ ਬੱਚਿਆਂ ਨੂੰ ਘਰ ਦੇ ਵਿੱਚ ਸੋਚੀਏ ਕਿ ਵੀ ਇਹਨਾਂ ਨੂੰ ਪੰਜਾਬੀ ਨਾ ਬੁਲਵਾਈਏ, ਕੋਈ ਹੋਰ ਭਾਸ਼ਾ ਬੁਲਵਾਈਏ। ਤੇ ਜਿਹੜੇ ਬੰਦੇ ਨੂੰ ਆਪਣੀ ਮਾਂ ਦੀ ਬੋਲੀ ਬੋਲਦੇ ਹੋਏ ਸ਼ਰਮ ਆਉਂਦੀ ਹੈ ਤੇ ਮੈਂ ਸਮਝਦਾ ਕਿ ਇਖਲਾਕੀ ਤੌਰ ਤੇ ਹਜੇ ਉਹ ਤੋਂ ਨੀਵਾਂ ਬੰਦਾ ਕੋਈ ਹੋਰ ਦੂਸਰਾ ਨਹੀਂ ਹੋ ਸਕਦਾ ਹੈ। ਸਮਾਜ ਦੇ ਵਿੱਚ ਵੀ ਇਹ ਚੀਜ਼ ਕਹੀ ਜਾਂਦੀ ਹੈ ਕਿ ਜੇਕਰ ਕੋਈ ਅੰਗਰੇਜ਼ੀ ਦੇ ਵਿੱਚ ਗੱਲ ਨਹੀਂ ਕਰਦਾ ਤੇ ਉਹਨੂੰ ਇਹ ਸਮਝਿਆ ਜਾਂਦਾ ਵੀ ਇਹਨੂੰ ਆਉਂਦੀ ਨਹੀਂ ਹੈ, ਅੰਗਰੇਜ਼ੀ ਨਹੀਂ ਆਉਂਦੀ, ਜਾਂ ਇਹ ਸਭ ਚੀਜ਼ਾਂ ਕਹਿ ਦਿੰਦੇ ਨੇ। ਅਸਲ ਦੇ ਵਿੱਚ ਹੀਨ ਭਾਵਨਾ ਹੈ। ਬਹੁਤ ਸਾਰੇ ਲੋਕ ਜਿਹੜੇ ਨਾ ਉਹ ਇਹ ਸਮਝਦੇ ਵੀ ਅੰਗਰੇਜ਼ ਸਾਡੇ ਤੋਂ ਉੱਤੇ ਨੇ। ਸਾਡੇ ਪੁਰਖਿਆਂ ਨੇ ਤਾਂ ਅੰਗਰੇਜ਼ਾਂ ਨੂੰ ਕੱਢਣ ਦੇ ਲਈ, ਮੇਰੇ ਦਾਦਾ ਪੜਦਾਦਾ ਕਿੰਨੇ ਸਾਲ ਜੇਲ੍ਹਾਂ ਕੱਟੀਆਂ, ਅੰਗਰੇਜ਼ਾਂ ਦੇ ਖਿਲਾਫ ਲੜਾਈਆਂ ਲੜੀਆਂ, ਸ਼ਹੀਦ ਹੋਏ, ਤੇ ਉਹਨਾਂ ਨੂੰ ਜਦੋਂ ਕੱਢਤਾ ਹੁਣ ਸਾਡੇ 'ਚ ਕਈ ਲੋਕਾਂ ਨੂੰ ਐਂ ਲੱਗਦਾ ਵੀ ਅਗਰ ਸਾਨੂੰ ਅੰਗਰੇਜ਼ੀ ਨਹੀਂ ਆਏਗੀ ਤੇ ਪਤਾ ਨਹੀਂ ਸਾਨੂੰ ਕੀ ਨਹੀਂ ਆਏਗਾ। ਮੇਰੇ ਪਿਤਾ ਜੀ ਮਰਹੂਮ ਸ਼ਾਹ ਇਮਾਮ ਮੌਲਾਨਾ ਹਬੀਬੁਰ ਰਹਿਮਾਨ ਲੁਧਿਆਣਵੀ ਕੋਲ ਜਦ ਕੋਈ ਆ ਕੇ ਪੰਜਾਬੀ ਬੰਦਾ ਅੰਗਰੇਜ਼ੀ ਬੋਲਦਾ ਸੀ ਨਾ ਤਾਂ ਉਹ ਕਹਿੰਦੇ ਯਾਰ ਇਹ ਬਹੁਤ ਗਰੀਬ ਆਦਮੀ, ਤੇ ਅਗਲੇ ਨੇ ਕਹਿਣਾ ਨਹੀਂ ਨਹੀਂ ਇਮਾਮ ਸਾਹਿਬ ਮੇਰੇ ਕੋਲ ਤਾਂ ਬਹੁਤ ਪੈਸਾ ਹੈ ਜੀ, ਮੇਰੀ ਕੋਠੀ ਹੈ ਗੱਡੀ ਹੈ। ਨਹੀਂ ਨਹੀਂ ਤੂੰ ਗਰੀਬ ਹੈ। ਜਿਹੜਾ ਬੰਦਾ ਆਪਣੀ ਮਾਂ ਬੋਲੀ ਨਹੀਂ ਬੋਲ ਸਕਦਾ ਹਕੀਕਤ 'ਚੋਂ ਗਰੀਬ ਹੈ। ਸਾਡਾ ਵਿਰਸਾ ਬੜਾ ਅਮੀਰ ਹੈ। ਤੁਸੀਂ ਸਾਡੀ ਪੰਜਾਬ ਦੀ ਅਗਰ ਵਿਰਾਸਤ ਦੇਖੋਗੇ, ਦੇਖੋ ਕਿੱਥੋਂ ਸ਼ੁਰੂ ਹੋ ਰਹੀ ਹੈ। ਸ਼ੇਖ ਫਰੀਦ ਸ਼ਕਰਗੰਜ ਮਸੂਦ, ਅੱਜ ਕੱਲ੍ਹ ਉਹਨਾਂ ਦਾ ਆਗਮਨ ਪੁਰਬ ਵੀ ਚੱਲ ਰਿਹਾ ਹੈ, ਪੰਜਾਬ ਸਰਕਾਰ ਵੀ ਮਨਾ ਰਹੀ ਹੈ, ਔਰ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੀ ਸਿੱਖਿਆਵਾਂ ਨੂੰ ਪਸੰਦ ਕੀਤਾ ਹੈ, ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੀ ਬਾਣੀ ਨੂੰ ਸੁਸ਼ੋਭਿਤ ਕੀਤਾ ਗਿਆ ਹੈ। ਕਿੱਥੋਂ ਪੰਜਾਬੀ ਦੇ ਉਸ ਮਹਾਨ ਕਵੀ ਨੇ ਇਸ ਮਿੱਠੀ ਬੋਲੀ ਨੂੰ ਜਿਹੜਾ ਰਚਿਆ ਬਸਿਆ, ਔਰ ਫਿਰ ਸਿੱਖ ਪੰਥ ਨੇ ਜਿਹੜਾ ਇਸ ਬੋਲੀ ਨੂੰ ਐਡਾ ਸਤਿਕਾਰ ਦਿੱਤਾ ਕਿ ਪੂਰੀ ਦੁਨੀਆ 'ਚ ਪਹੁੰਚਾ ਦਿੱਤੀ। ਤੇ ਅੱਜ ਅਗਰ ਅਸੀਂ ਪੰਜਾਬੀ ਹੁੰਦੇ ਸੋਚੀਏ ਕਿ ਨਹੀਂ ਅਸੀਂ ਕੋਈ ਹੋਰ ਜ਼ੁਬਾਨ ਬੋਲਣੀ ਹੈ, ਤੇ ਮੈਂ ਸਮਝਦਾ ਮਦਭਾਗਾ। ਔਰ ਸਾਰਿਆਂ ਨੂੰ ਕਹਿਣਾ ਵੀ ਇਹ ਚਾਹੁੰਦਾ ਕਿ ਸਾਡਾ ਵਜੂਦ ਉਦੋਂ ਤੱਕ ਹੈ, ਸਾਡੀ ਅਣਖ ਉਦੋਂ ਤੱਕ ਹੈ, ਸਾਡੀ ਟੌਰ ਉਦੋਂ ਤੱਕ ਹੈ ਜਦ ਤੱਕ ਮਾਂ ਦੀ ਬੋਲੀ ਸਾਡੇ ਕੋਲ ਹੈ। ਅਗਰ ਮਾਂ ਦੀ ਬੋਲੀ ਛੁੱਟ ਜਾਏਗੀ ਫਿਰ ਇਹ ਬਾਕੀ ਚੀਜ਼ਾਂ ਨਹੀਂ ਰਹਿਣਗੀਆਂ। ਪੰਜਾਬ ਸਰਕਾਰ ਦੇ ਵੱਲੋਂ ਪਿਛਲੇ ਕੁਝ ਸਮੇਂ ਦੇ ਵਿੱਚ ਇਹ ਚੀਜ਼ ਕਹੀ ਗਈ ਸੀਗੀ ਕਿ ਜਿੰਨੇ ਵੀ ਸਾਈਨ ਬੋਰਡਸ ਨੇ ਜਾਂ ਜਿੰਨੀ ਵੀ ਦੁਕਾਨਾਂ ਦੇ ਬੋਰਡ ਨੇ, ਚਾਹੇ ਉਹ ਸਰਕਾਰੀ ਅਦਾਰੇ ਨੇ ਜਾਂ ਕੋਈ ਵੀ ਅਦਾਰਾ, ਉਹਦੇ ਜਿੰਨੇ ਵੀ ਬੋਰਡਸ ਨੇ ਉਹ ਪੰਜਾਬੀ ਦੇ ਵਿੱਚ ਕਰ ਦਿੱਤੇ ਜਾਣ। ਸਿਰਫ 21 ਫਰਵਰੀ ਤੱਕ ਦਾ ਸਮਾਂ ਦਿੱਤਾ ਗਿਆ ਸੀ। ਕਿ ਸਿਰਫ 21 ਫਰਵਰੀ ਨੂੰ ਪੰਜਾਬੀ ਮਾਂ ਬੋਲੀ ਦਾ ਦਿਵਸ ਜਿਹੜਾ ਮਨਾਉਣਾ ਉਹ ਠੀਕ ਹੈ? ਉਸ ਤੋਂ ਬਾਅਦ ਕਿਉਂਕਿ ਇਹ ਸਭ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ ਕਿ ਕੌਣ ਮਾਂ ਬੋਲੀ ਨੂੰ ਪ੍ਰਮੋਟ ਕਰ ਰਿਹਾ, ਕੌਣ ਧਿਆਨ ਰੱਖ ਰਿਹਾ, ਇਹ ਸਭ ਚੀਜ਼ਾਂ ਦਾ ਸਿਰਫ 21 ਫਰਵਰੀ ਤੱਕ ਸੀਮਿਤ ਰਹਿ ਗਈ ਹੈ। ਪਹਿਲੀ ਗੱਲ ਤਾਂ ਮੈਂ ਇਹ, ਜਦੋਂ ਪੰਜਾਬ ਸਰਕਾਰ ਨੇ ਕਿਹਾ ਨਾ ਜੀ ਪੰਜਾਬੀ ਮਾਂ ਬੋਲੀ ਹਰ ਜਗ੍ਹਾ ਲਿਖੀ ਹੋਣੀ ਚਾਹੀਦੀ ਹੈ, ਤੇ ਬਹੁਤ ਸਾਰੇ ਲੋਕਾਂ ਨੇ ਤਾਂ ਬੋਰਡਾਂ ਤੇ ਇਦਾਂ ਲਿਖਾਈ ਜਿੱਦਾਂ ਕੋਈ ਕੰਪਲੀਮੈਂਟਰੀ ਕੀ ਚੀਜ਼, ਕੋਈ ਜੁਰਮਾਨੇ ਤੋਂ ਬਚਣ ਦੇ ਲਈ ਕੁਝ ਕਰ ਰਹੇ। ਬਹੁਤ ਛੋਟੇ ਅਕਸ਼ਰਾਂ ਦੇ ਵਿੱਚ ਮੈਂ ਅੱਜ ਤੁਹਾਨੂੰ ਇੱਕ ਬਹੁਤ ਵੱਡੀ ਗੱਲ ਕਹਿਣਾ, ਜਿਹੜੇ ਅਕਸਰ ਲੋਕ ਛੱਡ ਦਿੰਦੇ, ਉਹ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਸਮਝਦੇ ਹੈ। ਮੇਰੇ ਦਾਦਾ ਮੌਲਾਨਾ ਹਬੀਬੁਰ ਰਹਿਮਾਨ ਲੁਧਿਆਣਵੀ ਬਹੁਤ ਬੜੇ ਆਜ਼ਾਦੀ ਘੁਲਾਟੀ ਫਰੀडम ਫਾਈਟਰ ਸੀ। ਇੱਕ ਗੱਲ ਕਹਿੰਦੇ ਹੁੰਦੇ ਸੀ, ਕਹਿੰਦੇ ਯਾਰ ਸਾਰਾ ਕੁਝ ਹੀ ਸਰਕਾਰ ਕੋ ਮੰਗਣਾ। ਸਰਕਾਰ ਸੜਕ ਤੇ ਲਕੀਰ ਤਾਂ ਖਿੱਚ ਸਕਦੀ ਹੈ ਵੀ ਇਹਦੇ ਲੈਫਟ ਹੈਂਡ ਤੁਰੀਓ, ਉਹ ਤੁਹਾਨੂੰ ਤੋੜ ਨਹੀਂ ਸਕਦੀ। ਉੱਥੇ ਤੁਰਨਾ ਤੁਸੀਂ ਆਪ ਹੈ। ਸਰਕਾਰ ਨੇ ਤਾਂ ਕਾਨੂੰਨ ਬਣਾਤਾ ਵੀ ਪੰਜਾਬੀ ਬੋਲੋ, ਪੰਜਾਬੀ ਲਿਖੋ। ਜੇ ਅਸੀਂ ਆਪ ਹੀ ਰਾਜ਼ੀ ਨਹੀਂ ਹੋਵਾਂਗੇ ਤਾਂ ਕੌਣ ਸਾਨੂੰ ਪੰਜਾਬੀ ਬੁਲਵਾ ਸਕਦਾ, ਕੌਣ ਸਾਡੇ ਤੋਂ ਪੰਜਾਬੀ ਲਿਖਵਾ ਸਕਦਾ? ਕਿਤੇ ਨਾ ਕਿਤੇ ਨਸ਼ੇ ਦਾ ਵੀ ਅਗਰ ਤੁਸੀਂ ਗੱਲ ਕਰ ਲਓ, ਅਗਰ ਤਾਂ ਜਿਸ ਮੁਹੱਲੇ ਦੇ ਵਿੱਚ ਕਿਸੇ ਦਾ ਰਿਸ਼ਤੇਦਾਰ ਨਸ਼ਾ ਵੇਚਦਾ, ਆਪਣੀ ਗੋਤ ਵਾਲਾ, ਆਪਣੀ ਬਰਾਦਰੀ ਵਾਲਾ, ਧਰਮ ਵਾਲਾ, ਫਿਰ ਉਹ ਨਸ਼ੇੜੀ ਨਹੀਂ ਹੈ। ਫਿਰ ਤਾਂ ਜੇ ਪੁਲਿਸ ਆਊਗੀ ਸਾਰੇ ਉਹਦੇ ਮੂਹਰੇ ਖੜ ਜਾਣਗੇ, ਨਹੀਂ ਇਹਨੂੰ ਨਹੀਂ ਫੜਨਾ। ਔਰ ਅਗਰ ਉਹ ਕੋਈ ਹੋਰ ਹੈ ਤਾਂ ਫਿਰ ਸਾਰੇ ਉਹਨੂੰ ਫੜਵਾਉਣ ਲਈ ਤਿਆਰ ਹੈ। ਅਸੀਂ ਕਿਤੇ ਨਾ ਕਿਤੇ ਇੱਕ ਵਾਰੀ ਆਪਣਾ ਗਿਰੇਬਾਨ ਝਾਕਣਾ ਪੈਣਾ ਹੈ ਕਿ ਅਸੀਂ ਜੁਰਮ ਨੂੰ ਜੁਰਮ ਸਮਝੀਏ, ਕਸੂਰ ਨੂੰ ਕਸੂਰ ਸਮਝੀਏ। ਔਰ ਸਾਰਾ ਕੁਝ ਸਰਕਾਰਾਂ, ਠੀਕ ਹੈ ਸਰਕਾਰ ਅੱਛਾ ਕੰਮ ਕਰ ਰਹੀ ਹੈ, ਕੋਈ ਦੋ ਰਾਏ ਨਹੀਂ, ਲੇਕਿਨ ਕਿਤੇ ਨਾ ਕਿਤੇ ਲੋਕ ਆਪਣੀ ਜ਼ਿੰਮੇਵਾਰੀ ਨੂੰ ਤੈਅ ਕਰਨ ਕਿ ਸਮਾਜ ਦੇ ਵਿੱਚ ਸਾਡੀ ਜੋ ਜ਼ਿੰਮੇਵਾਰੀ ਬਣਦੀ ਹੈ ਪੰਜਾਬੀ ਮਾਂ ਬੋਲੀ ਨੂੰ ਤਾਂ ਖਾਸ ਕਰ ਮੈਂ ਕਹਿੰਦਾ ਸਰਕਾਰ ਜੇ ਨਹੀਂ ਵੀ ਕਹਿੰਦੀ ਤਾਂ ਵੀ ਸਾਡੀ ਡਿਊਟੀ ਬਣਦੀ ਸੀ, ਭਾਵੇਂ ਉਹ ਹਿੰਦੂ ਭਰਾ ਹੈ, ਭਾਵੇਂ ਉਹ ਸਿੱਖ ਭਰਾ ਹੈ, ਭਾਵੇਂ ਉਹ ਮੁਸਲਮਾਨ ਹੈ, ਭਾਵੇਂ ਉਹ ਦਲਿਤ ਹੈ, ਭਾਵੇਂ ਜੈਨੀ ਹੈ। ਸਾਡੀ ਜ਼ਿੰਮੇਵਾਰੀ ਬਣਦੀ ਵੀ ਸਾਡੇ ਗੁਰੂ ਘਰ ਦੇ ਵਿੱਚ, ਸਾਡੀ ਧਰਮਸ਼ਾਲਾ ਦੇ ਵਿੱਚ, ਸਾਡੇ ਵਿਆਹ 'ਚ, ਸਾਡੀ ਸ਼ਾਦੀ 'ਚ, ਸਾਡੇ ਸਮਾਗਮ ਦੇ ਵਿੱਚ, ਸਾਡੀ ਲਿਖਤ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਸਤਿਕਾਰ ਜਿਹੜਾ ਉਹ ਮਿਲਣਾ ਚਾਹੀਦਾ ਹੈ। ਉਰਦੂ ਬਾਰੇ ਵੀ ਮੈਂ ਥੋੜੀ ਜਿਹੀ ਗੱਲ ਕਰਨਾ ਚਾਹੂੰਗੀ ਕਿ ਕੀ ਹੁੰਦਾ ਕਿ ਜਦੋਂ ਅਸੀਂ ਕਿਸੇ ਵੀ ਜਗ੍ਹਾ ਤੇ ਜਾਂਦੇ ਆ ਜਾਂ ਅੱਜ ਕੱਲ੍ਹ ਮਦਰਸਿਆਂ ਦੇ ਵਿੱਚ ਕੀ ਹੁੰਦਾ ਕਿ ਛੋਟੇ ਬੱਚਿਆਂ ਨੂੰ ਉਰਦੂ ਦਾ ਗਿਆਨ ਦਿੱਤਾ ਜਾਂਦਾ, ਉਹਨਾਂ ਨੂੰ ਸਿਖਾਈ ਜਾਂਦੀ ਹੈ, ਪਰ ਸਕੂਲ ਕਾਲਜਾਂ ਦੇ ਵਿੱਚ ਦੇਖ ਲਈਏ ਪੰਜਾਬੀ ਲਾਜ਼ਮੀ ਕਰ ਦਿੱਤੀ ਗਈ ਹੈ, ਪਰ ਉਰਦੂ ਹਾਲੇ ਤੱਕ ਵੀ ਲਾਜ਼ਮੀ ਨਹੀਂ ਕੀਤੀ ਗਈ। ਮੈਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਵਿਸ਼ਵ ਪੱਧਰ ਦੀ ਜਿਹੜੀ ਜ਼ੁਬਾਨ ਹੈ ਅਰਬੀ, ਉਸ ਤੋਂ ਬਾਅਦ ਵਿਸ਼ਵ ਪੱਧਰ ਦੀ ਦੂਸਰੀ ਜ਼ੁਬਾਨ ਹੋਈ ਫਾਰਸੀ। ਅਰਬੀ ਔਰ ਫਾਰਸੀ, ਉਸ ਤੋਂ ਬਾਅਦ ਫਿਰ ਜਿਹੜੀ ਸਾਡੀ ਸ਼ਾਹਮੁਖੀ ਹੈ, ਜਿਹੜੀ ਗੁਰੂਆਂ ਪੀਰਾਂ ਦੀ ਜ਼ੁਬਾਨ ਹੈ ਸਾਡੀ, ਉਹਨਾਂ ਸਾਰਿਆਂ ਨੂੰ ਮਿਲਾ ਕੇ ਇੱਕ ਮਿੱਠੀ, ਜਿੱਦਾਂ ਆਪਾਂ ਕਹਿੰਦੇ ਨਾ ਜੀ ਸ਼ੱਕਰ, ਦੁੱਧ, ਮਲਾਈ, ਘੇ, ਘੂ ਮਿਲਾ ਕੇ ਇੱਕ ਵਧੀਆ ਪੇੜਾ ਤਿਆਰ ਕਰ ਲਿਆ। ਇਹਨਾਂ ਸਾਰੀ ਜ਼ੁਬਾਨਾਂ ਦਾ ਮਿਸ਼ਰਣ ਹੈ ਉਰਦੂ।
ਜਿਹੜੀ ਭਾਰਤ ਦੀ ਜ਼ੁਬਾਨ ਹੈ, ਤਹਿਜ਼ੀਬ ਦੀ ਜ਼ੁਬਾਨ ਹੈ ਔਰ ਇਕੱਲੀ ਪੰਜਾਬ ਹੀ ਨਹੀਂ ਪੂਰੇ ਏਸ਼ੀਆ ਦੇ ਵਿੱਚ ਜਿਹੜੀ ਹੈ ਉਰਦੂ ਮਿੱਠੀ ਜ਼ੁਬਾਨ ਵਾਂਗੂ ਬੋਲੀ ਜਾਂਦੀ ਹੈ। ਉਰਦੂ 'ਚ ਬੜੇ ਬੜੇ ਸ਼ਾਇਰ ਗੁਜ਼ਰੇ ਨੇ ਔਰ ਬੜੇ ਬੜੇ ਅਦੀਬ ਗੁਜ਼ਰੇ ਨੇ। ਅੱਲਾਮਾ ਇਕਬਾਲ ਵਰਗੇ ਸ਼ਾਇਰ ਵੀ ਇਹਦੇ ਵਿੱਚ ਹੀ ਹੋਏ ਨੇ। ਤੇ ਮੈਂ ਸਮਝਦਾ ਕਿ ਸਨ 1947 ਤੋਂ ਬਾਅਦ ਜਦ ਪੰਜਾਬੀ ਮਾਂ ਬੋਲੀ ਦੇ ਲਈ ਪੰਜਾਬੀ ਸੂਬੇ ਦੇ ਵਿੱਚ ਕਾਨੂੰਨ ਲਾਗੂ ਕੀਤੇ ਗਏ ਤੇ ਉਰਦੂ ਜਿਹੜੀ ਹੈ ਹੌਲੀ ਹੌਲੀ ਪਿੱਛੇ ਛੁੱਟ ਗਈ, ਕਿਉਂਕਿ ਜਦੋਂ ਸਰਕਾਰ ਦੀ ਜ਼ੁਬਾਨ 'ਚੋਂ ਨਿਕਲ ਗਈ ਤੇ ਉਹਦਾ ਪਿੱਛੇ ਜਾਣਾ ਜਿਹੜਾ ਲਾਜ਼ਮੀ ਅਮਲ ਸੀ। ਲੇਕਿਨ ਫਿਰ ਵੀ ਲੋੜ ਹੈ। ਨਈਮ ਖਾਨ ਸਾਹਿਬ ਨੇ ਜਿੱਦਾਂ ਤੁਹਾਨੂੰ ਦੱਸਿਆ ਕਿ ਸਰਕਾਰ ਨੂੰ ਇਹਨਾਂ ਨੇ ਵੀ ਮੰਗ ਕੀਤੀ ਹੈ। ਅਸੀਂ ਲੁਧਿਆਣੇ ਕੀਤੀ ਸੀ ਵੀ ਗੁਰੂ ਨਾਨਕ ਭਵਨ ਦੇ ਵਿੱਚ ਲਗਾਤਾਰ ਕਲਾਸਿਸ ਹੋਣੀਆਂ ਚਾਹੀਦੀਆਂ ਲੇਕਿਨ ਅਫਸੋਸ ਦੀ ਗੱਲ ਹੈ ਕਿ ਮਲੇਰਕੋਟਲੇ 'ਚ ਜਿਹੜੀਆਂ ਉਰਦੂ ਪ੍ਰੋਫੈਸਰ ਦੀਆਂ ਅਸਾਮੀਆਂ ਹੈਗੀਆਂ ਆਲਰੇਡੀ ਗਵਰਨਮੈਂਟ ਕਾਲਜ 'ਚ, ਉਹ ਵੀ ਸਰਕਾਰ ਨੇ ਹਜੇ ਤੱਕ ਪੂਰਨ ਨਹੀਂ ਕੀਤੀਆਂ, ਭਰੀਆਂ ਨਹੀਂ ਹੈ। ਪਿਛਲੀ ਸਰਕਾਰ ਖਾਲੀ ਛੱਡ ਗਈ, ਅਸੀਂ ਵੀ ਉਹਨੂੰ ਖਾਲੀ ਛੱਡਿਆ ਹੋਇਆ। ਤੇ ਕਿਤੇ ਨਾ ਕਿਤੇ ਸਰਕਾਰ ਨੂੰ ਇਹ ਚਾਹੀਦਾ ਕਿ ਇਹ ਜਿਹੜਾ ਮਿੱਠਾ ਮੇਵਾ ਹੈ ਜਿਹੜਾ ਪੰਜਾਬੀ ਦੇ ਨਾਲ ਰੱਖਿਆ ਜਾ ਸਕਦਾ ਹੈ, ਜਿਹੜਾ ਇਹਦੀ ਰੌਣਕ ਨੂੰ ਵਧਾਉਂਦਾ ਹੈ, ਤੇ ਇਹਨੂੰ ਕਿਉਂ ਨਾ ਸਤਿਕਾਰ ਜਿਹੜਾ ਪੰਜਾਬ ਦੇ ਵਿੱਚ ਦੇਣਾ ਚਾਹੀਦਾ। ਸਰ ਮੇਰਾ ਆਖਰੀ ਸਵਾਲ ਤੁਹਾਨੂੰ ਹੋਏਗਾ, ਅੱਜ ਕੱਲ੍ਹ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਇਹੀ ਪ੍ਰੈਫਰ ਕੀਤਾ ਜਾਂਦਾ ਉਹਨਾਂ ਨੂੰ ਵੀ ਅਸੀਂ ਆਇਲਸ ਕਰਕੇ ਬਾਹਰ ਨੂੰ ਚਲੇ ਜਾਈਏ, ਹੈ ਨਾ। ਬਾਹਰਲੇ ਮੁਲਕਾਂ ਤੋਂ ਵੀ ਲੋਕ ਇੱਥੇ ਪੜ੍ਹਨ ਆਉਂਦੇ ਨੇ। ਇੱਥੇ ਬਹੁਤ ਸਾਰੀਆਂ ਯੂਨੀਵਰਸਿਟੀਜ਼ ਅਜਿਹੀਆਂ ਬਣਾਈਆਂ ਗਈਆਂ ਨੇ ਜਿੱਥੋਂ ਵੱਖ-ਵੱਖ ਦੇਸ਼ਾਂ ਤੋਂ ਵੱਖ-ਵੱਖ ਸਿਟੀਜ਼ ਤੋਂ ਲੋਕ ਪੜ੍ਹਨ ਆਉਂਦੇ ਨੇ, ਪਰ ਉਹਨਾਂ ਨੂੰ ਕਦੀ ਇਹ ਪ੍ਰੈਫਰੈਂਸ ਨਹੀਂ ਦਿੱਤੀ ਗਈ ਕਿ ਤੁਸੀਂ ਪੰਜਾਬੀ ਸਿੱਖਣੀ ਹੈ। ਹਮੇਸ਼ਾ ਉਹਨਾਂ ਨੂੰ ਉਹਨਾਂ ਦੀ ਲੈਂਗੁਏਜ ਦੇ ਵਿੱਚ ਹੀ ਪੜ੍ਹਾਇਆ ਜਾਂਦਾ, ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਂਦੀ ਹੈ, ਉਹਨਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਕਿ ਇੱਥੇ ਕਿਤੇ ਨਾ ਕਿਤੇ ਕਾਨੂੰਨ ਦੇ ਜਿਹੜੇ ਇਦਾਰੇ ਨੇ ਜਾਂ ਕਾਨੂੰਨ ਬਣਾਉਣ ਵਾਲੀਆਂ ਜਿਹੜੀਆਂ ਸੰਸਥਾਵਾਂ ਨੇ ਉਹ ਨਾਕਾਮ ਸਾਬਿਤ ਹੋਈਆਂ। ਮੈਂ ਇੱਕ ਛੋਟੀ ਜਿਹੀ ਮਿਸਾਲ ਤੁਹਾਨੂੰ ਦਿੰਦਾ ਕਿ ਅਗਰ ਕੋਈ ਬੰਦਾ ਗਲਫ ਜਾਣਾ ਚਾਹਵੇ, ਓਮਾਨ ਜਾਣਾ ਚਾਹਵੇ, ਸਾਊਦੀ ਅਰਬ ਜਾਣਾ ਚਾਹਵੇ, ਦੁਬਈ ਜਾਣਾ ਚਾਹਵੇ, ਉਹਦਾ ਵੀਜ਼ਾ ਅਰਬੀ ਜ਼ੁਬਾਨ 'ਚ ਲਿਖਿਆ ਹੁੰਦਾ, ਉਹ ਭੱਜਿਆ ਫਿਰਦਾ ਮਸੀਤਾਂ ਵਾਲਿਆਂ ਨੂੰ ਵੀ ਪੜ੍ਹ ਲਓ। ਤੇ ਮੈਂ ਜਦੋਂ ਸਾਊਦੀ ਅਰਬ ਗਿਆ, ਮੈਂ ਉੱਥੇ ਜਿਹੜੇ ਕਈ ਸਕਾਲਰ ਸੀ ਉਹਨਾਂ ਨੂੰ ਮਿਲਿਆ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਤੁਸੀਂ ਸਾਰਾ ਹੀ ਅਰਬੀ 'ਚ ਲਿਖ ਦਿੰਦੇ ਹੋ, ਕੁਛ ਤਾਂ ਅੰਗਰੇਜ਼ੀ ਪਾ ਦਿਆ ਕਰੋ। ਕਹਿੰਦੇ ਯਾਰ ਜਿਹਨੇ ਇੱਥੇ ਆਉਣਾ ਉਹਨੂੰ ਘੱਟੋ ਘੱਟ ਥੋੜ੍ਹੀ ਬਹੁਤ ਅਰਬੀ ਤਾਂ ਆਉਣੀ ਚਾਹੀਦੀ ਹੈ ਨਾ। ਇਹ ਸਾਨੂੰ ਚਾਹੀਦਾ ਹੈ। ਇਹਦੇ ਵਿੱਚ ਮੈਂ ਤੁਹਾਡੀ ਗੱਲ ਨੂੰ ਹੋਰ ਵਧਾ ਦਿੰਦਾ, ਅਗਰ ਤੁਸੀਂ ਸਾਊਦੀ ਅਰਬ 'ਚ ਜਾਓਗੇ, ਬੜੀ ਰਿਚ ਕੰਟਰੀ ਹੈ ਤੇ ਉੱਥੇ ਦੇ ਆਪਣੇ ਲੋਕ ਕੋਈ ਵੱਡੀ ਮਿਹਨਤ ਨਹੀਂ ਕਰ ਰਹੇ ਅੱਜ ਦੀ ਡੇਟ 'ਚ। ਕੀ ਉਹਨਾਂ ਨੇ ਕੀਤਾ, ਇੱਕ ਬਹੁਤ ਖੂਬਸੂਰਤ ਕਾਨੂੰਨ ਬਣਾਇਆ। ਉੱਥੇ ਦੇ ਜਿਹੜੇ ਬਾਦਸ਼ਾਹ ਨੇ, ਅੱਜ ਤੋਂ 100 ਸਾਲ ਪਹਿਲਾਂ ਉਹਨੇ ਕਾਨੂੰਨ ਬਣਾਇਆ। ਕੀ ਕਾਨੂੰਨ ਬਣਾਇਆ? ਮਿਸਾਲ ਦੇ ਤੌਰ ਤੇ ਤੁਸੀਂ ਇੱਥੋਂ ਸਾਊਦੀ ਅਰਬ ਚਲੇ ਗਏ, ਤੁਸੀਂ ਕਿਹਾ ਜੀ ਮੈਂ 100 ਕਰੋੜ ਰੁਪਏ ਲਾ ਕੇ ਕੰਪਨੀ ਖੋਲ੍ਹਣੀ। ਉਹਨਾਂ ਨੇ ਕਿਹਾ ਕੰਪਨੀ ਤੇਰੀ ਹੋਊਗੀ, ਮੁਲਾਜ਼ਮ ਸਾਡੇ ਹੋਣਗੇ, ਲੇਕਿਨ ਮੈਨੇਜਿੰਗ ਡਾਇਰੈਕਟਰ ਵੀ ਅਰਬੀ ਹੋਏਗਾ। ਤੁਸੀਂ ਕਿਹਾ ਜੀ ਨਹੀਂ ਨਹੀਂ ਪੈਸਾ ਤਾਂ ਮੇਰਾ। ਉਹ ਕਹਿੰਦੇ ਠੀਕ ਹੈ ਤੂੰ ਵੀ ਬਹਿ ਜੀ ਨਾਲ, ਲੇਕਿਨ ਮੇਨ ਕੁਰਸੀ ਤੇ ਸਾਡਾ ਬੰਦਾ ਹੋਣਾ ਚਾਹੀਦਾ, ਕਿਉਂਕਿ ਜਿਹੜੇ ਥੱਲੇ ਸਾਡੇ ਲੋਕ ਹੈ ਉਹਨਾਂ ਦੀ ਬੋਲੀ ਤਾਂ ਇਹੀ ਸਮਝਦਾ, ਉਹਨਾਂ ਦੀ ਜ਼ਰੂਰਤਾਂ ਨੂੰ ਇਹੀ ਸਮਝਦਾ। ਸਾਡੇ ਕੋਲ ਜਿੰਨਾ ਫਰਟੀਲਾਈਜ਼ਰ ਆਇਆ, ਜਿੰਨੀ ਇੰਡਸਟਰੀ ਆਈ ਬਾਹਰੋਂ, ਹੁਣ ਵੀ ਅਸੀਂ ਬਾਹਰਲੇ ਦੇਸ਼ਾਂ ਨੂੰ ਕਹਿ ਰਹੇ ਵੀ ਸਾਡੇ ਇੰਡਸਟਰੀ ਲਿਆਓ। ਕੋਈ ਐਕਟ ਤਾਂ ਐਸਾ ਹੋਵੇ ਘੱਟੋ ਘੱਟ ਕੇ ਵੀ ਇਹਨਾਂ ਦੀ ਜਿਹੜੀ ਮੇਨ ਕੁਰਸੀ ਹੈ, ਜਿਹੜੀ CEO ਦੀ ਕੁਰਸੀ ਹੈ, ਵੀ ਉੱਤੇ ਇੱਕ ਪੰਜਾਬੀ ਬੈਠੂਗਾ, ਤਾਈਓ ਉਹ ਪੰਜਾਬੀ ਮਜ਼ਦੂਰਾਂ ਦੀ, ਪੰਜਾਬੀ ਕਾਮਿਆਂ ਦੀ ਜ਼ਰੂਰਤ ਨੂੰ ਸਮਝ ਸਕੇਗਾ। ਅਸੀਂ ਕਿਤੇ ਨਾ ਕਿਤੇ ਇੱਥੋਂ ਪਿੱਛੋਂ ਮਾਰ ਖਾ ਗਏ ਹਾਂ। ਇਸ ਲਈ ਕਾਨੂੰਨਦਾਨਾਂ ਨੂੰ ਇਹ ਚਾਹੀਦਾ ਹੈ ਕਿ ਉਹ ਮਾਂ ਬੋਲੀ ਦੇ ਵਿੱਚ ਵੀ, ਸਮਾਜਿਕ ਵਿਵਸਥਾ ਦੇ ਵਿੱਚ ਵੀ, ਔਰ ਜਿਹੜੇ ਲੋਕ ਬਾਹਰੋਂ ਪੜ੍ਹਨ ਆ ਰਹੇ ਉਹਨਾਂ ਦੇ ਵਿੱਚ ਵੀ, ਔਰ ਕਾਰੋਬਾਰ ਦੇ ਵਿੱਚ ਵੀ ਇਸ ਗੱਲ ਨੂੰ ਤੈਅ ਕਰਨ ਕਿ ਸਾਡੇ ਸੂਬੇ ਦੇ ਲੋਕ ਜਿਹੜੇ ਆ ਉਹਦੇ 'ਚ ਮੋਢੀ ਹੋਣੇ ਚਾਹੀਦੇ ਜੀ। ਬਹੁਤ ਬਹੁਤ ਸ਼ੁਕਰੀਆ ਇਮਾਮ ਸਾਹਿਬ। ਸ਼ੁਕਰੀਆ। ਸੋ ਇਹ ਸੀਗੇ ਸਾਡੇ ਨਾਲ ਇਮਾਮ ਸਾਹਿਬ, ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੁਹਾਡੇ ਸਾਹਮਣੇ ਦੱਸਿਆ ਹੈ, ਔਰ ਮੈਨੂੰ ਲੱਗਦਾ ਕਿ ਸਾਨੂੰ ਇਸ 'ਤੇ ਅਮਲ ਵੀ ਕਰਨਾ ਚਾਹੀਦਾ। ਸਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ। ਮੈਂ ਸ਼ਗਨ ਬੱਬਰ, ਕੈਮਰਾਮੈਨ ਵਿਜੇ ਦੇ ਨਾਲ ਜਲੰਧਰ।